ਗੱਲ ਉਹ ਕਰ ਰਹੇ ਆ ਕਿ ਜੇ ਤੁਸੀਂ 325 ਕਰੋੜ ਦੀ ਭੇਜੋ ਅਸੀਂ ਇਹਨੂੰ ਕਾਸਟ ਘਟਾਉਂਦੇ ਸਾਈਡਾਂ ਦੇ ਨਾਲਿਆਂ ਦਾ ਪਾਣੀ ਜਿਹੜਾ ਬੁੱਢੇ ਨਾਲੇ 'ਚ ਗਿਰ ਰਿਹਾ ਉਹਦੀ ਪ੍ਰੋਪਰ ਤੁਸੀਂ ਇਵੈਲੂਏਸ਼ਨ ਹੀ ਨਹੀਂ ਕੀਤੀ। ਘੱਟੋ ਘੱਟ ਨਹੀਂ 100 MLD ਪਾਣੀ ਗਊਸ਼ਾਲਾ ਤੋਂ ਗਿਰ ਰਿਹਾ। ਅੱਜ ਇਹਨਾਂ ਨੇ ਪ੍ਰੈਜੈਂਟੇਸ਼ਨ ਦੇ ਵਿੱਚ 4 ਦਿਨਾਂ ਵਿੱਚ ਹੀ ਐਸਾ ਕੀ ਇਹਨਾਂ ਕੋਲ ਮੰਤਰ ਆ ਗਿਆ ਵੀ ਇਹਨਾਂ ਨੇ 2 ਪੰਪਿੰਗ ਸਟੇਸ਼ਨ ਹੋਰ ਐਡ ਆਨ ਕਰਕੇ 26 MLD ਪਾਣੀ ਵਧਾਤਾ। ਆ ਤਾਂ ਭਾਈ ਸਾਹਿਬ 100 MLD ਪਾਣੀ ਵਧਣਾ ਹੈ। ਜਿਨ੍ਹਾਂ ਨੇ ਖੂਦ ਛਾਲ ਮਾਰਨੀ ਮਾਰੇ, ਮੈਂ ਕੋ ਮਾਰਾਂ। ਗਊਸ਼ਾਲਾ ਵਾਲੇ ਪੁਆਇੰਟ ਦੇ ਉੱਤੇ ਜੇ ਪਾਣੀ ਦਾ ਲੋਡ ਜੇ ਜ਼ਿਆਦਾ ਆ ਗਿਆ ਨਾ ਤੇ ਆ ਸਾਰੀ DPR ਨੂੰ ਇੰਦਾ ਫਾੜਨਾ ਪੈ ਜਾਣਾ ਔਰ ਆ ਹੋਣਾ ਹੀ ਹੋਣਾ ਹੈਗਾ। ਮਤਲਬ ਆਪਾਂ ਤਾਂ ਇਹ ਕਹਿ ਰਹੇ ਕਿ ਜਿਵੇਂ ਸਾਰਾ ਗੁੜ ਗਿਆਨ ਤੁਹਾਡੇ ਕੋਲ ਆ ਗਿਆ, ਬਾਕੀ ਤੇ ਸਾਰੇ ਸਰ ਜਿੰਨਾ ਕਿ ਤੁਸੀਂ ਮੈਨੂੰ ਜਾਣਦੇ ਹੋ। ਨਹੀਂ, ਮੈਂ ਨਹੀਂ ਜਾਣਦਾ ਸਰ। ਸਰਕਾਰ ਜਿੱਥੇ ਲੁਧਿਆਣੇ ਸ਼ਹਿਰ ਦੀ ਗੱਲ ਹੈ, ਜਨਤਾ ਦੀ ਗੱਲ ਹੈ, ਉੱਥੇ ਮੈਂ ਤੁਹਾਨੂੰ ਨਹੀਂ ਜਾਣਦਾ। ਪੁੱਠੀ ਸਿੱਧੀ ਗੱਲਾਂ ਕਰਾਂਗੇ, ਮੇਰੇ ਨਾਲ ਕਾਗਜ਼ਾਂ ਵਾਲੀ ਗੱਲ ਕਰੋ। ਮੈਂ ਵਪਾਰੀ ਬੰਦਾ ਹੈ। ਸਰਕਾਰ ਨੇ ਆਪਣੇ ਆંકੜੇ ਪੇਸ਼ ਕੀਤੇ, ਤੁਸੀਂ ਕਿਉਂ ਨਹੀਂ ਕੀਤੇ? ਸਾਰੀ ਪਬਲਿਕ ਉੱਥੇ ਬੈਠੀ ਸੀ, ਸਾਰੀ ਇੰਡਸਟਰੀ ਉੱਥੇ ਬੈਠੀ ਸੀ, ਸਾਰੇ ਕਾਉਂਸਲਰਸ ਉੱਥੇ ਬੈਠੇ ਸੀ, ਮੰਤਰੀ ਉੱਥੇ ਬੈਠੇ ਸੀ, ਤੁਸੀਂ ਪ੍ਰੈਜ਼ੈਂਟ ਕਰਦੇ। ਮੈਂ ਆਪਣੀ ਗੱਲ ਉੱਤੇ ਅੜਿਗ ਹੈ ਔਰ ਆਹ ਕੰਮ ਠੀਕ ਕਰਵਾ ਕੇ ਦਮ ਲਊਂਗਾ, ਨਹੀਂ ਤਾਂ ਮੈਂ ਆਪਣਾ ਕਦਮ ਪਿੱਛੇ ਕਰਨ ਵਾਲਾ ਬੰਦਾ ਨਹੀਂ ਹੈਗਾ। जन हितैषी देख रहे दर्शकों का स्वागत है जन जन की बात जन हितैषी के साथ। दोस्तों, लुधियाने शहर का ਜਿਹੜਾ ਬੁੱਢਾ ਨਾਲਾ ਪ੍ਰੋਜੈਕਟ 650 ਕਰੋੜ ਦੇ ਬੁੱਢੇ ਨਾਲੇ ਪ੍ਰੋਜੈਕਟ ਦਾ ਜਿਹੜਾ ਇੱਕ ਜਿਹਦੇ ਲਈ ਇੱਕ ਮੀਟਿੰਗ ਸਰਕਾਰ ਨੇ ਬੁਲਾਈ ਔਰ ਜਿਹੜੀ ਮੀਟਿੰਗ ਦੇ ਵਿੱਚ ਸਾਰੀ ਇੰਡਸਟਰੀ, ਟ੍ਰੇਡ, ਸਾਰੇ ਸਰਕਾਰੀ ਤੰਤਰ ਨੂੰ ਬੁਲਾਇਆ ਗਿਆ। ਚੰਡੀਗੜ੍ਹ ਤੋਂ ਵੀ ਜਿਹੜੇ ਹਾਈ ਅਥਾਰਟੀਜ਼, ਲੋਕਲ ਬਾਡੀਜ਼ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਸੀਗੇ ਉਹ ਆਏ ਅਤੇ ਉੱਥੇ ਇੰਡਸਟਰੀ ਨੇ ਕਿਤੇ ਨਾ ਕਿਤੇ ਅਸੀਂ ਦੇਖਿਆ ਕਿ ਸ਼ਾਇਦ ਇੰਡਸਟਰੀ ਉੱਥੇ ਆਪਣੇ ਪਕਸ਼ ਨੂੰ ਜਿਹੜਾ ਕਿ ਬਾਰ-ਬਾਰ ਕਹਿ ਰਹੀ ਸੀ ਕਿ ਇਸ ਚੀਜ਼ ਨੂੰ ਅਸੀਂ 325 ਕਰੋੜ ਦੇ ਵਿੱਚ ਕਰ ਦਾਂਗੇ ਔਰ ਪ੍ਰੋਜੈਕਟ 'ਤੇ ਜਿਹੜੀ ਉਹਨਾਂ ਨੇ ਉਂਗਲਾਂ ਚੱਕੀਆਂ ਸੀ, ਕਿਤੇ ਨਾ ਕਿਤੇ ਉਹਨੂੰ ਪ੍ਰੋਪਰ ਸਰਕਾਰ ਨੂੰ ਕਨਵਿੰਸ ਕਰਦੀ ਨਹੀਂ ਨਜ਼ਰ ਆਈ। ਐਂ ਲੱਗਿਆ ਕਿ ਇੰਡਸਟਰੀ ਉਸ ਦਿਨ ਕਿਤੇ ਝੀਂਪ ਗਈ। ਅਤੇ ਅਸੀਂ ਇਸ ਮਾਮਲੇ 'ਚ ਅਸੀਂ ਬਾਵਾ ਜੈਨ, ਜਿਹੜੇ ਤਰੁਣ ਜੈਨ ਬਾਵਾ ਜੀ, ਜਿਹੜੇ ਕਿ ਇੰਡਸਟਰੀ ਟ੍ਰੇਡ ਦੇ ਮੇਨ ਆਗੂ ਸੀਗੇ ਔਰ ਜਿਨ੍ਹਾਂ ਨੇ ਇਸ ਪੂਰੇ ਪ੍ਰੋਜੈਕਟ 'ਤੇ ਉਂਗਲੀਆਂ ਚੱਕੀਆਂ ਹੋਈਆਂ ਸੀ, ਆਰੋਪ ਲਗਾਏ ਹੋਏ ਸੀਗੇ, ਅਤੇ ਉਹਨਾਂ ਕੋਲ ਪਹੁੰਚੇ ਹਾਂ ਕਿ ਆਫਟਰ ਆਲ ਕਿਹੜੀ ਗੱਲ ਸੀਗੀ, ਕਿਉਂ ਇੰਨਾ ਰੌਲਾ ਪਾਉਣ ਤੋਂ ਬਾਅਦ, ਇੰਨਾ ਇਸ਼ੂ ਚੱਕਣ ਤੋਂ ਬਾਅਦ ਕਿਹੜੀਆਂ ਇਹੋ ਜਿਹੀ ਗੱਲਾਂ ਸੀਗੀਆਂ ਕਿ ਆਪਣੇ ਆਪ ਨੂੰ ਉੱਥੇ ਪ੍ਰੈਜ਼ੈਂਟ ਨਹੀਂ ਕਰ ਪਾਏ ਔਰ ਕਿਸੇ ਨਾ ਕਿਸੇ ਤਰੀਕੇ ਸ਼ਾਇਦ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸ਼ਾਇਦ ਇਹ ਉੱਥੇ ਫੇਲ ਨਜ਼ਰ ਆਏ। ਨਮਸਕਾਰ ਬਾਬਾ ਜੀ। ਬਹੁਤ ਬਹੁਤ ਨਮਸਕਾਰ ਜੀ। ਸਰ, ਕੀ ਰੀਜ਼ਨ ਸੀਗਾ ਕਿ ਜਿੱਦਾਂ ਤੁਸੀਂ ਹੁੰਗਾਰਾ ਭਰ ਕੇ ਬਾਰ-ਬਾਰ ਕਹਿ ਰਹੇ ਸੀ ਕਿ ਮੈਂ 325 ਕਰੋੜ 'ਚ ਕਰ ਦਾਂਗਾ, ਪਰ ਅਸੀਂ ਦੇਖਿਆ ਕਿ ਉਸ ਦਿਨ ਜਿਵੇਂ ਸਰਕਾਰ ਨੇ ਬੜੀ ਵਧੀਆ ਇੱਕ ਪ੍ਰੈਜੈਂਟੇਸ਼ਨ ਦਿੱਤੀ, ਇੱਕ ਪੁਆਇੰਟ ਦੱਸਿਆ ਕਿ ਇਸ ਪ੍ਰੋਜੈਕਟ 'ਚ ਇੱਥੇ ਪੈਸੇ ਖਰਚਾਂਗੇ, ਇਸ ਪ੍ਰੋਜੈਕਟ 'ਚ ਇੱਥੇ ਪੈਸੇ ਖਰਚਾਂਗੇ, ਪਰ ਤੁਹਾਡੇ ਵੱਲੋਂ ਤੁਸੀਂ ਇੱਕ ਨਾਰਮਲ ਬੜੇ ਲੇਅਰ ਦੀ ਮੂਡ 'ਚ ਕਿਹਾ ਕਿ 325 ਕਰੋੜ 'ਚ ਮੈਂ ਕਰ ਦਾਂਗਾ, ਪਰ ਤੁਸੀਂ ਕੋਈ ਪ੍ਰੈਜੈਂਟੇਸ਼ਨ ਤਾਂ ਪੇਸ਼ ਨਹੀਂ ਕਰ ਪਾਏ। ਕਿਤੇ ਨਾ ਕਿਤੇ ਸਾਨੂੰ ਇਹ ਤਾਂ ਅਸੀਂ ਇਹ ਸਮਝੀਏ ਕਿ ਤੁਸੀਂ ਉਸ ਦਿਨ ਫੇਲੀਅਰ ਰਹੇ। ਸੰਦੀਪ ਜੀ, ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਆਹ ਦੱਸਣਾ ਚਾਹੁੰਦਾ ਬਈ ਉਸ ਦਿਨ ਦੀ ਜਿਹੜੀ ਮੀਟਿੰਗ ਇੱਕ ਸਿਰਫ ਖਾਨਾ ਪੂਰਤੀ ਸੀ। ਸਰਕਾਰ ਨੂੰ, ਪੋਲੀਟੀਕਲ ਲੋਕਾਂ ਨੂੰ, ਚੁਣੇ ਹੋਏ ਨੁਮਾਇੰਦਿਆਂ ਨੂੰ ਪਤਾ ਲੱਗ ਚੁੱਕਿਆ ਹੈਗਾ ਵੀ ਇਹਨਾਂ ਦੀ ਸਰਕਾਰ ਦੇ ਉੱਚ ਸਤਰੀਏ ਅਫਸਰਾਂ ਨੇ, ਖਾਸ ਕਰ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਨੇ ਇੱਕ ਗਲਤ DPR ਤਿਆਰ ਕੀਤੀ ਹੈ। ਹੁਣ ਸਰਕਾਰ ਦੀ ਇੱਜ਼ਤ ਦਾ ਸਵਾਲ ਬਣਿਆ ਦਾ ਹੈਗਾ ਅਤੇ ਸਰਕਾਰ ਨੇ ਆਪਣੀ ਪ੍ਰੈਸਟੀਜ ਨੂੰ ਡਿਫੈਂਡ ਕਰਨ ਵਾਸਤੇ, ਆ ਸਿਰਫ ਲੀਪਾ ਪੋਤੀ ਕਰਨ ਵਾਸਤੇ ਆ ਮੀਟਿੰਗ ਬੁਲਾਈ ਗਈ। ਔਰ ਬੁਰਾ ਨਾ ਮੰਨਿਓ, ਉਹ ਤਾਂ ਮੈਂ ਵੀ ਜੇ ਪ੍ਰੂਫ ਨਹੀਂ ਕਰ ਪਾਵਾਂਗਾ ਮੈਂ ਵੀ ਇਹੀ ਕਰਾਂਗਾ, ਕੋਈ ਆਪਣੀ ਗਲਤੀ ਮੰਨਦਾ। ਤੁਸੀਂ ਉਹੀ ਗੱਲ ਤੁਸੀਂ ਕਰ ਰਹੇ ਹੋ। ਲੋ ਜੀ, ਅੱਜ ਤੁਹਾਨੂੰ ਪ੍ਰੂਫ ਵੀ ਦੇ ਦਿੰਦੇ ਆ। ਇਸ ਦਾ ਸਿਲਸਿਲਾ ਸ਼ੁਰੂ ਹੋਇਆ ਜੀ 27 ਜਨਵਰੀ 2020 ਨੂੰ। ਇਹ ਕੀ ਹੈ? ਆਹ ਪੰਜਾਬ ਕੇਸਰੀ ਦੀ ਅਖਬਾਰ ਦੀ ਕਟਿੰਗ ਹੈਗੀ ਹੈ ਜੀ। ਜਰਾ ਇਸ ਦੇ ਉੱਤੇ ਗੌਰ ਨਾਲ ਜਰਾ ਕੈਮਰਾ ਮਾਰਿਓ ਜੀ। ਇਸ ਦੇ ਵਿੱਚ PMIDC ਦੇ ਜਿਨ੍ਹਾਂ ਨੇ ਆਹ ਪ੍ਰੋਜੈਕਟ ਤਿਆਰ ਕੀਤਾ ਜੀ, ਸਾਡੇ ਆਨਰੇਬਲ ਸ਼ਹਿਰ ਦੇ ਮੇਅਰ ਸਾਹਿਬ ਔਰ ਕਮਿਸ਼ਨਰ ਮੈਡਮ ਬਰਾੜ ਔਰ ਇਹ 'ਚ ਹੋਰ ਵੀ ਬੜੇ ਸੀਨੀਅਰ ਅਫਸਰ ਔਰ ਕੌਂਸਲਰ ਸਾਹਿਬਾਨ ਇਹਦੇ ਵਿੱਚ ਬੈਠੇ ਹੋਏ ਨੇ। ਉਹਨਾਂ ਦੀ ਅਗਵਾਈ ਦੇ ਵਿੱਚ PMIDC ਦੇ GM ਸ਼੍ਰੀ VP ਸਿੰਘ ਜੀ ਆਏ ਸੀਗੇ ਜੀ ਔਰ ਉਸ ਦੇ ਵਿੱਚ ਮੇਅਰ ਸਾਹਿਬ ਨੇ ਔਰ ਸਾਰਿਆਂ ਨੇ ਇਤਰਾਜ਼ ਇਹਦੇ ਉੱਪਰ ਪਹਿਲੇ ਹੀ ਦਰਜ ਕਰਾਇਆ ਵੀ ਆਹ ਪ੍ਰੋਜੈਕਟ ਦੀ ਪਹਿਲੇ ਸਾਨੂੰ ਪ੍ਰੈਜੈਂਟੇਸ਼ਨ ਸਾਨੂੰ ਦਈਓ, ਉਸ ਤੋਂ ਬਾਅਦ ਕੁਝ ਕਰਿਓ। ਲੋ ਜੀ, ਅੱਗੇ ਆ ਜਾਓ।
ਇਸ 27 ਜਨਵਰੀ ਦੀ ਮੀਟਿੰਗ ਦੇ ਵਿੱਚ ਮੈਂ ਵੀ ਬੈਠਾ ਹੋਇਆ ਜੀ, ਬੈਠੇ ਹੋਏ। ਦੂਸਰਾ ਆ ਜਾਓ ਜੀ 5 ਫਰਵਰੀ ਨੂੰ ਜੀ 5 ਫਰਵਰੀ ਨੂੰ PMI DC ਦੇ CEO ਜਿਹੜੇ ਪਰਸੋਂ ਪ੍ਰੈਜੈਂਟੇਸ਼ਨ ਜਿਨ੍ਹਾਂ ਨੇ ਆ ਕੇ ਦਿੱਤੀ, ਜੀ, ਇਹਨਾਂ ਦੇ ਆਫਿਸ ਮੈਂ ਮੇਅਰ ਸਾਹਿਬ ਦੇ ਨਾਲ ਗਿਆ ਸੀਗਾ। ਓਕੇ, ਇਹ ਚੰਡੀਗੜ੍ਹ ਹੋਈ ਸੀ? ਆਹ ਮੀਟਿੰਗ ਚੰਡੀਗੜ੍ਹ ਹੋਈ ਸੀਗੀ। ਓਕੇ, ਉਸ ਦੇ ਵਿੱਚ ਵੀ ਆਹ ਪੜ੍ਹ ਲਓ ਜੀ ਵੀ ਮੇਅਰ ਸਾਹਿਬ ਨੇ ਵੀ ਕਿਹਾ ਬਈ ਆਹ ਜਿਹੜਾ ਪ੍ਰੋਜੈਕਟ ਹੈਗਾ ਸਾਡੇ ਨਾਲ ਆ ਕੇ ਪਹਿਲੇ ਸਲਾਹ ਮਸ਼ਵਰਾ ਕਰੋ। ਹਾਲੇ ਤਾਂ ਡਿਸਕਸ਼ਨਸ ਦਾ ਦੌਰ ਚੱਲ ਰਿਹਾ ਸੀਗਾ। ਜੀ, ਆਹ ਤਰੀਕ ਹੋ ਗਈ ਜੀ 5 ਫਰਵਰੀ। ਜੀ, ਜਨਵਰੀ ਤੋਂ ਮੈਂ ਇਹਦੇ ਉੱਪਰ ਆਬਜੈਕਸ਼ਨਸ ਚੱਕਦਾ ਆ ਰਿਹਾ ਔਰ ਸਾਰੇ ਸ਼ਹਿਰ ਦੇ ਲੋਕਾਂ ਨੂੰ ਇਹਦੇ ਬਾਰੇ ਜਾਣੂ ਕਰਾਂਦਾ ਆ ਰਿਹਾ। ਆਬਜੈਕਸ਼ਨ ਚੱਕ ਰਹੇ ਸੀ ਜਾਂ ਸੁਝਾਅ ਦੇ ਰਹੇ ਸੀ? ਜਿਸ ਹਿਸਾਬ ਨਾਲ ਇਹਨਾਂ ਨੇ ਫਿਜ਼ੀਬਿਲਟੀ ਰਿਪੋਰਟ ਬਣਾਈ ਹੈਗੀ ਹੈ, ਜੀ, ਜਿਸ ਹਿਸਾਬ ਨਾਲ ਇਹਨਾਂ ਨੇ ਆਹ 3 ਪੇਜਾਂ ਦੀ ਇਸ ਦੀ ਫਿਜ਼ੀਬਿਲਟੀ ਰਿਪੋਰਟ ਬਣਾ ਕੇ ਕਾਰਪੋਰੇਸ਼ਨ ਨੂੰ ਭੇਜੀ ਸੀ, ਜੀ, ਜਿਹਨੂੰ ਕਹਿੰਦੇ ਵੀ ਫਿਜ਼ੀਬਿਲਟੀ ਰਿਪੋਰਟ ਮਤਲਬ ਕਿ ਰਫ DPR। ਹਾਂਜੀ, ਆਹ 3 ਪੰਨੇ ਆ ਜੀ ਇਸ DPR ਦੇ 3 ਪੰਨੇ ਆ ਜੀ, ਜਿਹੜੀ ਇਹ ਬਣਾ ਕੇ ਭੇਜੀ ਸੀ। ਜੀ, ਮੈਂ ਸ਼ੁਰੂ ਤੋਂ ਹੀ ਇਹਦੇ ਉੱਪਰ ਆਬਜੈਕਸ਼ਨਸ ਚੱਕਦਾ ਆ ਰਿਹਾ ਜੀ, ਔਰ ਜਿਹੜੀ ਗੱਲ ਮੈਂ ਹੁਣ ਰੀਸੈਂਟਲੀ ਸਟਾਰਟ ਕੀਤੀ ਹੈ, ਅੱਜ ਜਦੋਂ ਹੁਣ ਥੋੜਾ ਜਿਹਾ ਮਾਹੌਲ ਠੀਕ ਹੋਇਆ ਹੈ, ਜਦੋਂ ਮੇਰੀ ਪਹਿਲੀ ਇੰਟਰਵਿਊ ਤੁਸੀਂ ਲਈ ਵੀ ਉਸ ਟਾਈਮ ਵੀ ਆਹ ਜਨਵਰੀ ਦੇ ਮਹੀਨੇ ਦੇ ਵਿੱਚ ਵੀ ਆਹ ਦੇਖੋ 27 ਜਨਵਰੀ ਨੂੰ ਆ ਮੈਂ ਦੁਆਰਤੀ ਦਿਖਾ ਰਿਹਾ, ਇਸ ਦੇ ਵਿੱਚ ਵੀ ਇਹਦੇ ਵਿੱਚ ਇਤਰਾਜ਼ ਦਰਜ ਕੀਤਾ ਗਿਆ ਵੀ ਆਹ ਜਿਹੜੀ ਫਿਜ਼ੀਬਿਲਟੀ ਰਿਪੋਰਟ ਇਹਨਾਂ ਨੇ ਪੇਸ਼ ਕੀਤੀ ਹੈ, ਇਸ ਦੇ ਵਿੱਚ ਜਿਹੜੀਆਂ ਪਾਈਪਾਂ ਨੂੰ ਉਲਟੀਆਂ ਪਾਉਣ ਦਾ ਗਊਸ਼ਾਲਾ ਤੋਂ ਜਮਾਲਪੁਰ STP ਪਾਈਪਾਂ ਨੂੰ ਉਲਟੀਆਂ ਪਾਉਣ ਵਾਸਤੇ ਆਪੱਤੀ ਦਿੱਤੀ ਗਈ। ਹੁਣ ਮੈਨੂੰ ਦੱਸੋ ਜਨਵਰੀ 'ਚ, ਫਰਵਰੀ 'ਚ ਪੱਤੀ ਦਿੱਤੀ ਗਈ, 22 ਮਾਰਚ ਤੋਂ ਲਾਕਡਾਊਨ ਹੋ ਗਿਆ। ਐਡਾ ਕੀ ਤੂਫਾਨ ਆ ਗਿਆ ਜੀ। ਇਹਨਾਂ ਨੇ ਚੁੱਪ ਚੁਪੀਤੇ ਬਿਨਾਂ ਵਿੱਚ ਦੱਸੇ ਸਾਡੇ ਤੋਂ ਬਿਨਾਂ ਪੁੱਛੇ ਜਿਹੜੇ ਬੰਦੇ ਅਸੀਂ ਆਪੱਤੀ ਦੇ ਰਹੇ ਮੇਅਰ ਦੇ ਸਾਹਮਣੇ, ਔਰ ਨਾ ਸਾਨੂੰ ਪੁੱਛਿਆ ਗਿਆ ਨਾ ਕਿਸੇ ਹੋਰ ਬੰਦੇ ਨੂੰ ਪੁੱਛਿਆ ਗਿਆ, ਔਰ ਚੁੱਪ ਚੁਪੀਤੇ ਇਹਦਾ ਅਲਾਟਮੈਂਟ ਲੈਟਰ ਵੀ ਹੋ ਗਈ। ਮੈਂ ਤੁਹਾਨੂੰ ਇੱਕ ਚੀਜ਼ ਇੱਥੇ ਕਰੈਕਟ ਕਰਨਾ ਚਾਹਾਂਗਾ ਕਿ ਅਲਾਟਮੈਂਟ ਕਦੀ ਚੁੱਪ-ਚੁਪੀਤੇ ਬੰਦ ਕਮਰੇ 'ਚ ਨਹੀਂ ਹੁੰਦੀ। ਇਹਦੇ ਲਈ ਅਖਬਾਰਾਂ 'ਚ ਇਸ਼ਤਿਹਾਰ ਜਾਂਦੇ ਹੈ ਆਲ ਓਵਰ ਇੰਡੀਆ 'ਚ, ਕਿਉਂਕਿ ਇਹ ਛੋਟਾ ਜਿਹਾ ਪ੍ਰੋਜੈਕਟ ਨਹੀਂ ਹੈ ਔਰ ਅਖਬਾਰਾਂ 'ਚ ਕੱਢਿਆ ਜਾਂਦਾ ਹੈ। ਸਾਰੀਆਂ ਚੀਜ਼ਾਂ ਫਾਰਮੈਲਿਟੀਆਂ ਆਨਲਾਈਨ ਵੀ ਹੁੰਦਾ ਹੈ। ਜਿੱਦਾਂ ਕਿ ਉਹਨਾਂ ਨੇ ਸਰੇਆਮ ਤੁਹਾਡੇ ਤੇ ਆਰੋਪ ਲਗਾਏ ਕਿ ਜੇ ਤੁਹਾਨੂੰ ਇੰਨਾ ਹੀ ਸੀਗਾ ਤੇ ਓਪਨ ਟੈਂਡਰ ਸੀ, ਤੁਸੀਂ ਉਹਦੇ ਵਿੱਚ ਪਾਰਟਿਸਿਪੇਟ ਕਿਉਂ ਨਹੀਂ ਕੀਤਾ? ਤੁਸੀਂ ਕਰਕੇ ਗੱਲ ਕਰਦੇ, ਤੁਸੀਂ ਕਰੈਕਟ ਕਰ ਦਿੰਦੇ। ਲੋ ਜੀ ਹੁਣ ਮੈਂ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਦਾ। ਜੀ, ਆਹ 3 ਪੇਜਾਂ ਦੀ ਜਮਾਲਪੁਰ ਜ਼ੋਨ, ਜੀ, ਭੱਟੀਆਂ ਜ਼ੋਨ ਜੀ, ਤੇ ਬਲਨੋਕੇ ਜ਼ੋਨ, ਜੀ, ਸਾਡੇ ਕੋਲ ਸਿਰਫ 3 ਪੇਜ ਹੈਗੇ ਜਿਹਦੇ ਬਿਹਾਵ ਦੇ ਉੱਤੇ ਇਹਦੇ ਜੋ ਕੰਮ ਦਰਸਾਏ ਗਏ ਹੈਗੇ ਨੇ। ਜੀ, ਸਾਡੇ ਇੰਜੀਨੀਅਰਸ ਨੇ ਜਿਹੜੀ ਇਹਦੀ ਕੋਸਟਾਂ ਦੀ ਇਵੈਲੂਏਸ਼ਨ ਕੀਤੀ ਔਰ ਟੈਕਨੋਲੋਜੀ ਦੀ ਇਵੈਲੂਏਸ਼ਨ ਕੀਤੀ। ਜੀ, ਤੁਸੀਂ ਹੁਣ ਪਹਿਲੀ ਜਮਾਲਪੁਰ ਜ਼ੋਨ ਤੇ ਆ ਜਾਓ। ਮੈਂ ਉਸ ਦਿਨ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਨਾ ਜੀ, ਆਹ ਚੀਜ਼ਾਂ ਮੈਂ ਦੱਸ ਕੇ ਆਇਆ। ਜੀ, ਸੁੰਦਰ ਨਗਰ ਪੰਪਿੰਗ ਸਟੇਸ਼ਨ ਜੀ, 8 MLD, ਜੀ, ਗਊਸ਼ਾਲਾ ਪੰਪਿੰਗ ਸਟੇਸ਼ਨ 30 MLD, ਜੀ, ਟਿੱਬਾ ਰੋਡ ਪੰਪਿੰਗ ਸਟੇਸ਼ਨ 12 MLD, ਜੀ, ਟੋਟਲ 50 MLD ਪਾਣੀ ਇਹਨਾਂ ਨੇ ਉਲਟਾ ਲੈ ਕੇ ਜਾਣਾ ਹੈ ਜਮਾਲਪੁਰ STP ਤੱਕ। ਜੀ, ਔਰ ਦੇਖੋ ਅਸੀਂ ਰੌਲਾ ਗਲਤ ਨਹੀਂ ਪਾ ਰਹੇ। ਉਸ ਦਿਨ ਦੀ ਪ੍ਰੈਜੈਂਟੇਸ਼ਨ ਦੀ ਮੈਂ ਉੱਪਰੋਂ ਦੀ ਨੀਚੇ ਬੈਠੇ ਮੈਂ ਸਕਰੀਨਸ਼ਾਟ ਖਿੱਚਿਆ। ਜੀ, ਹੁਣ ਆਹ ਦੇਖ ਲਓ, ਇਹਦੇ ਵਿੱਚ ਆਹ 3 ਦੱਸੇ ਹੋਏ ਆ ਜੀ, ਤੇ ਇਹਦੇ ਵਿੱਚ ਮੈਂ 3 ਹਾਈਲਾਈਟ ਕੀਤੇ ਨੇ। ਜੀ, ਹੁਣ ਇਹਦੇ ਵਿੱਚ ਸਾਡੇ ਆਬਜੈਕਸ਼ਨਸ ਕਰਨ ਤੋਂ ਬਾਅਦ ਆਹ ਟਰਾਂਸਪੋਰਟ ਨਗਰ ਔਰ ਸ਼ਿੰਗਾਰ ਸਿਨੇਮੇ ਦਾ 26 MLD ਪਾਣੀ, 26 MLD ਪਾਣੀ, ਟਰਾਂਸਪੋਰਟ ਨਗਰ ਦਾ 15.5 ਤੇ ਸ਼ਿੰਗਾਰ ਸਿਨੇਮੇ ਦਾ 10.5, 16 MLD ਪਾਣੀ। ਆ ਐਡ ਆਨ ਕਿਵੇਂ ਹੋ ਗਿਆ? ਤੁਸੀਂ 16 MLD ਪਾਣੀ ਦਾ ਮਤਲਬ ਸਮਝਦੇ ਹੋ? 1,60,000 ਲੀਟਰ ਔਰ 1 MLD ਦੀ ਜੋ ਇਹਨਾਂ ਨੇ ਆਹ ਕਾਸਟ ਦਰਸਾਈ ਹੈਗੀ ਹੈ, ਉੱਥੇ ਤਾਂ ਬੋਲ ਕੇ ਗਏ 98 ਲੱਖ ਰੁਪਇਆ। ਇਸ ਦੇ ਵਿੱਚ 225 MLD ਦੀ ਕਾਸਟ ਇਹਨਾਂ ਨੇ ਦਰਸਾਈ ਹੈਗੀ 337 ਕਰੋੜ ਰੁਪਇਆ। ਆ ਤਕਰੀਬਨ 1.5 ਕਰੋੜ ਰੁਪਇਆ। ਆ ਸਾਰੇ ਡਾਕੂਮੈਂਟਸ ਮੈਂ ਤੁਹਾਨੂੰ ਦੇ ਰਿਹਾ। ਆਹ 1 MLD ਦੀ ਕਾਸਟ ਤਕਰੀਬਨ 1.5 ਕਰੋੜ ਰੁਪਇਆ ਪ੍ਰਤੀ MLD। ਠੀਕ ਹੈ ਜੀ। ਉਹਨਾਂ ਨੇ ਤਾਂ ਉੱਥੇ ਕਲੀਅਰ ਕੀਤਾ, ਸਾਰੇ ਡਾਟੇ ਵੀ ਦਿਖਾਏ ਆ ਕਿ ਦਿੱਲੀ ਦਾ ਇੱਦਾਂ, ਜਲ ਬੋਰਡ ਦਾ ਇੱਦਾਂ। ਮੈਨੂੰ ਯਾਦ ਆ ਮੈਂ ਵੀ ਉੱਥੇ ਸੀਗਾ, ਅਸੀਂ ਸਾਰੇ ਦੇਖਿਆ ਕਿ ਉਹਦੇ ਵਿੱਚ ਜਿਹੜਾ ਇਹ ਹੈਗਾ 98 ਲੱਖ ਦੇ ਆਸ-ਪਾਸ ਦਿਖਾਇਆ ਗਿਆ। ਤੇ ਤੁਸੀਂ ਅੱਜ ਕਹਿ ਰਹੇ ਹੋ ਇਹਨੂੰ ਫੇਰ ਤੁਸੀਂ, ਮੈਨੂੰ ਇਹ ਲੱਗਦਾ ਤੁਸੀਂ ਇੱਕ ਵਾਰੀ ਕੈਲਕੂਲੇਸ਼ਨ ਦੁਬਾਰਾ ਚੈੱਕ ਕਰ ਲਓ, ਕਿਉਂਕਿ ਇੱਕ ਵਾਰ ਤੁਹਾਡਾ ਉੱਥੇ ਜਿਹੜਾ ਹੈਗਾ ਇੰਡਸਟਰੀ ਟ੍ਰੇਡ ਦਾ, ਨਾਟ ਤੁਹਾਡਾ, ਇੰਡਸਟਰੀ ਟ੍ਰੇਡ ਦਾ ਉੱਥੇ ਥੋੜ੍ਹਾ ਜਿਹਾ ਹੋ ਗਿਆ। ਤੁਸੀਂ ਇੱਕ ਤਰ੍ਹਾਂ ਦੇ ਫੇਲੀਅਰ ਨਜ਼ਰ ਆਏ ਹੋ, ਆਪਣੇ ਆਪ ਨੂੰ ਪ੍ਰੈਜ਼ੈਂਟ ਨਹੀਂ ਕਰ ਪਾਏ। ਸਰ ਇਸ ਤਰ੍ਹਾਂ ਹੈ, ਮੈਂ ਤਾਂ ਆਈਆਂ DPR ਦੀਆਂ ਜਿਹੜੀਆਂ ਇਹਨਾਂ ਦੀ ਫਿਜ਼ੀਬਿਲਟੀ ਰਿਪੋਰਟ ਦੀਆਂ ਕਾਪੀਜ਼ ਦੀ ਤੁਹਾਨੂੰ ਦੇ ਸਕਦਾ। ਹੁਣ ਤੱਕ ਇਹਨਾਂ ਨੇ, ਮੈਂ ਕੱਲ੍ਹ ਦਾ
ਜਿਹੜੇ CEO ਸ਼੍ਰੀ ਅਜੋਏ ਸ਼ਰਮਾ ਜੀ ਹੈਗਾ ਉਹਨਾਂ ਨੂੰ WhatsApp ਉੱਤੇ ਮੈਸੇਜ ਪਾ ਰਹੇ ਹਾਂ ਔਰ ਮੈਂ ਲੋਕਲ ਬੋਡੀ ਸੈਕਟਰੀ ਸਾਹਿਬ ਨੂੰ ਵੀ ਕਿਹਾ ਜਿਹੜੀ ਤੁਸੀਂ DPR ਫਾਈਨਲ ਕੀਤੀ ਹੈਗੀ ਹੈ ਉਹਦੀ ਕਾਪੀ ਦਾ ਸਾਨੂੰ ਦਿਓ। ਉਹਨਾਂ ਨੇ ਪਰਸੋਂ ਵੀ ਪ੍ਰੈਜੈਂਟੇਸ਼ਨ ਦੇ ਵਿੱਚ ਕਿਹਾ ਸੀ ਵੀ ਅਸੀਂ ਤੁਹਾਨੂੰ ਸਾਰੀ ਇਹਦੀ ਕਾਪੀ ਔਰ ਅਲਾਟਮੈਂਟ ਲੈਟਰ ਤੁਹਾਨੂੰ ਅਸੀਂ ਮੁਹੱਈਆ ਕਰਾ ਦਾਂਗੇ। ਮੈਂ ਤੁਹਾਨੂੰ WhatsApp ਦਾ ਸਾਰਾ ਮੈਂ ਚੈੱਕ ਕਰਾ ਦਿੰਦਾ ਹੈਗਾ ਚੈਟ। ਉਹ ਉਲਟਾ ਮੇਰੇ ਕੋਲੋਂ ਮੰਗ ਰਹੇ ਹੈਗੇ ਵੀ ਤੁਸੀਂ 325 ਕਰੋੜ ਰੁਪਏ ਦੀ ਆਪਣੀ ਜਿਹੜੀ ਤੁਸੀਂ ਆਪਣੀ ਇੰਜੀਨੀਅਰਸ ਤੋਂ ਚੈੱਕ ਕਰਾ ਕੇ ਬਣਾਈ ਹੈਗੀ ਉਹ ਭੇਜੋ। ਮੈਂ ਕਿਹਾ ਜੀ ਉਹ ਤਾਂ ਭੇਜ ਦੂੰਗਾ ਪਰ ਮੈਂ ਕੀ ਪਤਾ ਥੋੜਾ ਹੋਰ ਫਾਇਦਾ ਕਰਾ ਦਿਆਂ ਜਿਹੜੀ ਤੁਸੀਂ DPR ਫਾਈਨਲ ਕੀਤੀ ਹੈਗੀ। ਮੈਂ ਤਾਂ ਵੈਬਸਾਈਟ ਤੋਂ ਗੱਲ ਉਹ ਕਰ ਰਹੇ ਆ ਕਿ ਜੇ ਤੁਸੀਂ 325 ਕਰੋੜ ਦੀ ਭੇਜੋ ਅਸੀਂ ਇਹਨੂੰ ਕਾਸਟ ਘਟਾਉਂਦੇ ਹਾਂ। ਬਿਲਕੁਲ ਉਹਨਾਂ ਨੇ ਮੇਰੇ ਤੁਹਾਨੂੰ ਮੈਂ ਚੈਟ ਤੁਹਾਨੂੰ ਦਿਖਾਉਂਦਾ ਹੈਗਾ ਉਹਨਾਂ ਨੇ ਬੜੇ ਕਰ ਹੀ ਰਹੇ ਹੈ। ਫਿਰ ਤੁਹਾਨੂੰ ਸਮੱਸਿਆ ਕੀ ਹੈ? ਤੁਸੀਂ ਆਪ ਕਹਿ ਰਹੇ ਹੋ 325 ਕਰੋੜ 'ਚ ਤੇ ਤੁਸੀਂ ਅਜਵਾਈ ਸ਼ਰਮਾ ਜੀ ਦਾ ਨਾਮ ਲੈ ਰਹੇ ਹੋ। ਉਹ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਆਪਣੀ ਭੇਜੋ ਅਸੀਂ ਮੰਨ ਲੈਂਦੇ ਹਾਂ। ਹੋ ਸਕਦਾ ਉੱਥੇ ਉਹਨਾਂ ਨੇ ਨਾ ਕੀਤਾ ਹੋਵੇ, ਇੱਕ ਪੋਜ਼ਿਟਿਵ ਐਟੀਟਿਊਡ ਨਾਲ ਅਗਲਾ ਤੁਹਾਨੂੰ ਅਪਰੋਚ ਕਰ ਰਿਹਾ ਔਰ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਭੇਜੋ ਤੇ ਤੁਸੀਂ ਅਜੇ ਤੱਕ ਕਿਉਂ ਨਹੀਂ ਭੇਜੀ? ਸਰ ਕੁਐਸਚਨ 325 ਕਰੋੜ ਦਾ ਜਾਂ 650 ਕਰੋੜ ਦਾ ਨਹੀਂ ਹੈਗਾ। ਕੁਐਸਚਨ ਲੁਧਿਆਣੇ ਸ਼ਹਿਰ ਦੇ ਸਾਡੇ ਸਾਰਿਆਂ ਦੇ ਬੱਚਿਆਂ ਦੇ ਫਿਊਚਰ ਦਾ ਹੈਗਾ। ਆ ਬੁੱਢਾ ਨਾਲਾ ਜਿਹੜਾ ਕਿ ਸਾਰੀ ਡੋਮੈਸਟਿਕ ਵੇਸਟ 700 MLD ਦੀ ਸਤਲੁਜ ਦਰਿਆ 'ਚ ਚੱਕ ਕੇ ਲੈ ਕੇ ਜਾ ਰਹੇ ਅਨਟ੍ਰੀਟਡ ਜੀ। ਠੀਕ ਹੈ ਜੀ। ਅੱਜ ਐਡਾ ਵੱਡਾ ਸਾਡੇ ਆਨਰੇਬਲ CM ਸਾਹਿਬ ਨੇ, ਮੈਂ ਉਹਨਾਂ ਦਾ ਬਹੁਤ ਸ਼ੁਕਰਾਨਾ ਕਰਦਾ ਜਿਹੜਾ ਐਡਾ ਵੱਡਾ ਫੰਡ ਉਹਨਾਂ ਨੇ ਰਿਲੀਜ਼ ਕੀਤਾ ਜੀ। ਪਰ ਆਹ ਅਫਸਰਾਂ ਨੇ ਆ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਨੇ ਸਾਡੇ ਆਹ ਫੰਡਸ ਨੂੰ ਇਸ ਟੈਕਨੋਲੋਜੀ ਨੂੰ ਗੱਲ ਪੈਸੇ ਦੀ ਨਹੀਂ ਹੈਗੀ, ਪੈਸੇ ਦੀ ਗੱਲਾਂ ਦੀ ਬਾਅਦ ਚੋਂ। ਪੈਸਾ ਵੀ ਬੜਾ ਮਹੱਤਵਪੂਰਨ ਹੈ। ਪਹਿਲੀ ਗੱਲ ਤੁਸੀਂ ਜਿਹੜੇ ਸਾਈਡਾਂ ਦੇ ਨਾਲਿਆਂ ਦਾ ਪਾਣੀ ਜਿਹੜਾ ਬੁੱਢੇ ਨਾਲੇ 'ਚ ਗਿਰ ਰਿਹਾ ਉਹਦੀ ਪ੍ਰੋਪਰ ਤੁਸੀਂ ਇਵੈਲੂਏਸ਼ਨ ਹੀ ਨਹੀਂ ਕੀਤੀ। ਹੁਣ ਜੇ ਮੈਂ ਦਾਅਵਾ ਕਰਦਾ ਜੀ ਵੀ ਆਹ ਘੱਟੋ ਘੱਟ ਨਹੀਂ 100 MLD ਪਾਣੀ ਗਊਸ਼ਾਲਾ ਤੋਂ ਗਿਰ ਰਿਹਾ। ਅੱਜ ਇਹਨਾਂ ਨੇ ਪ੍ਰੈਜੈਂਟੇਸ਼ਨ ਦੇ ਵਿੱਚ 4 ਦਿਨਾਂ ਵਿੱਚ ਹੀ ਐਸਾ ਕੀ ਇਹਨਾਂ ਕੋਲ ਮੰਤਰ ਆ ਗਿਆ ਵੀ ਇਹਨਾਂ ਨੇ 2 ਪੰਪਿੰਗ ਸਟੇਸ਼ਨ ਹੋਰ ਐਡ ਆਨ ਕਰਕੇ 26 MLD ਪਾਣੀ ਵਧਾਤਾ। ਆ ਤਾਂ ਭਾਈ ਸਾਹਿਬ 100 MLD ਪਾਣੀ ਵਧਣਾ ਹੈ ਔਰ ਆ DPR ਟੋਟਲ ਫੇਲ ਹੈ। ਜਿਹਨੇ ਆ DPR ਦੇ ਬਿਹਾਫ ਤੇ ਟੈਂਡਰ ਪਾਇਆ, ਜਿਨ੍ਹਾਂ ਨੇ ਖੂਦ ਛਾਲ ਮਾਰਨੀ ਮਾਰੇ, ਮੈਂ ਕਿਉਂ ਮਾਰਾਂ? ਬਾਬਾ ਜੀ ਤੁਹਾਡੀ ਗੱਲ ਆਪ ਹੀ ਤੁਸੀਂ ਕੱਟੀ ਜਾ ਰਹੇ ਹੋ। ਇੱਕ ਪਾਸੇ ਕਹਿ ਰਹੇ ਹੋ ਕਿ ਜਨਵਰੀ ਫਰਵਰੀ ਦੀ ਤੁਹਾਡੀ ਸੁਜੈਸ਼ਨਸ ਉਹਨਾਂ ਨੇ ਮੰਨੀਆਂ ਨਹੀਂ, ਜਦੋਂ ਤੁਸੀਂ ਹੁਣ ਗੱਲ ਕੀਤੀ ਤੇ ਉਹਨਾਂ ਨੇ ਗੱਲ ਮੰਨ ਲਈ। ਇਹ ਨਹੀਂ ਸਮਝ ਲੱਗ ਰਿਹਾ ਕਿ ਤੁਸੀਂ ਗੱਲ ਕਹਿਣਾ ਕੀ ਚਾਹ ਰਹੇ ਹੋ, ਕਿਉਂਕਿ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਤੁਹਾਡੀ ਗੱਲ ਨਹੀਂ ਮੰਨੀ ਗਈ, ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਗੱਲ ਮੰਨ ਲਿੱਤੀ ਗਈ ਹੈ। ਉਹਨਾਂ ਨੇ 2 ਪੰਪਿੰਗ ਸਟੇਸ਼ਨ ਐਡ ਕਰ ਦਿੱਤੇ। ਜੇ ਐਡ ਕਰ ਦਿੱਤੇ, ਉੱਪਰੋਂ ਅਸੀਂ ਵੀ ਉੱਥੇ ਸੀਗੇ, ਅਸੀਂ ਬੜਾ ਕਲੀਅਰ ਸੁਣਿਆ ਸੀ ਕਿ ਮੰਤਰੀ ਜੀ ਨੇ ਔਰ ਜਿਹੜੇ ਵੀ ਉੱਥੇ ਸਰਕਾਰੀ ਅਫਸਰ ਸੀਗੇ ਲੋਕਲ ਬੋਡੀ ਵਾਲੇ, ਉਹਨਾਂ ਨੇ ਬੜਾ ਕਲੀਅਰ ਕਿਹਾ ਕਿ ਅਸੀਂ ਇੱਕ ਕਮੇਟੀ ਬਣਾ ਦਿੰਦੇ ਹਾਂ ਤੁਹਾਡੀ ਚੀਜ਼ ਨੂੰ ਲੈ ਕੇ। ਜੇ ਕੋਈ ਸੁਜੈਸ਼ਨਸ ਹੈ ਉਹਨੂੰ ਹਜੇ ਵੀ ਅਸੀਂ ਉਹ ਨਹੀਂ ਕੀਤਾ। ਟੈਂਡਰ ਤੁਸੀਂ ਨਹੀਂ ਭਰਿਆ, ਠੀਕ ਹੈ। ਸੁਜੈਸ਼ਨਸ ਦੇ ਵਿੱਚ ਕਮੇਟੀ 'ਚ ਉਹਨਾਂ ਨੇ ਤੁਹਾਨੂੰ ਲੈਣ ਲਈ ਕਹਿ ਦਿੱਤਾ ਗਿਆ। ਪ੍ਰੈਜੈਂਟੇਸ਼ਨ ਤੁਸੀਂ ਨਹੀਂ ਦੇਖ ਪਾਏ, ਫਿਰ ਵੀ ਸਰਕਾਰ ਕਸੂਰ ਸਰਕਾਰ ਹੋ। ਉਹ ਸਰ ਹਾਲੇ ਤਾਂ ਆ ਸ਼ੁਰੂਆਤ ਕੀਤੀ ਹੈ। ਹਾਲੇ ਤਾਂ ਪਹਿਲੇ ਜਮਾਲਪੁਰ ਜ਼ੋਨ ਦੇ ਉੱਤੇ ਅਸੀਂ ਹਲੇ ਸਟਾਰਟ ਕੀਤਾ। ਹਾਲੇ ਤਾਂ ਅਸੀਂ ਭੱਟੀਆਂ ਜ਼ੋਨ ਜਾਂ ਬੱਲੋਕੇ ਜ਼ੋਨ ਵਾਲੇ ਪਾਸੇ ਤਾਂ ਹਲੇ ਅਸੀਂ ਤੁਰੇ ਨਹੀਂ ਹੈਗੇ। ਹਾਲੇ ਤਾਂ ਪਹਿਲੀ ਜਿੱਥੋਂ ਸਟਾਰਟਿੰਗ ਪੁਆਇੰਟ ਤੋਂ ਉੱਤੇ ਹੀ ਡਿਫੰਕਟ ਹੋ ਗਿਆ ਕੰਮ, ਤੇ ਅੱਗੇ ਕੀ ਵਧਾਂਗੇ? ਦੂਸਰੀ ਗੱਲ, ਤੁਸੀਂ ਮੈਨੂੰ ਬਾਰ-ਬਾਰ ਇਸ ਗੱਲ ਦੇ ਉੱਤੇ ਟਾਰਗੇਟ ਕੀਤਾ ਜਾ ਰਿਹਾ ਹੈਗਾ ਵੀ ਤੁਸੀਂ DPR ਨਹੀਂ ਪਾਈ। ਮੈਂ ਤੁਹਾਨੂੰ ਪਹਿਲੇ ਤਾਂ ਕਿਹਾ ਹੈਗਾ ਜੀ ਇਸ ਦੀ ਟੈਕਨੋਲੋਜੀ DPR ਦੀ ਹੀ ਗਲਤ ਹੈਗੀ, ਤੇ ਮੈਂ ਖੂਹ 'ਚ ਕਿਉਂ ਛਾਲ ਮਾਰਾਂ ਜਾਂ ਮੈਂ ਕਿਸੇ ਹੋਰ ਕੰਪਨੀ ਨੂੰ ਕਿਉਂ ਕਹਾਂ ਵੀ ਤੂੰ ਗਲਤ ਟੈਂਡਰ ਪਾ, ਪੁੱਠੀਆਂ ਪਾਈਪਾਂ ਪਾ। ਕੱਲ੍ਹ ਨੂੰ ਪਾਣੀ ਦਾ ਇੱਥੇ ਮਾਫ ਕਰਨਾ, ਕੱਲ੍ਹ ਨੂੰ ਗਊਸ਼ਾਲਾ ਵਾਲੇ ਪੁਆਇੰਟ ਦੇ ਉੱਤੇ ਜੇ ਪਾਣੀ ਦਾ ਲੋਡ ਜੇ ਜ਼ਿਆਦਾ ਆ ਗਿਆ ਨਾ ਤੇ ਆ ਸਾਰੀ DPR ਨੂੰ ਇੰਦਾ ਫਾੜਨਾ ਪੈ ਜਾਣਾ। ਔਰ ਆ ਹੋਣਾ ਹੀ ਹੋਣਾ ਹੈਗਾ, ਕਿਉਂਕਿ ਇਹਦਾ ਸਬੂਤ ਪਹਿਲਾਂ ਆ ਗਿਆ ਵੀ 26 MLD ਪਾਣੀ ਇਹਨਾਂ ਨੇ 2 ਦਿਨਾਂ 'ਚ ਹੀ ਵਧਾਤਾ ਬਿਨਾਂ। ਮੈਂ ਥੋੜਾ ਜਿਹਾ ਤਕੱਲੁਫ ਰੱਖਦਾ। ਤੁਸੀਂ ਇਕੱਲੇ, ਉਧਰ ਪੂਰੇ IAS ਲੌਬੀ, ਹੋਰ ਬੜੇ ਸੀਨੀਅਰ ਅਧਿਕਾਰੀ, ਮੇਅਰ, MLA, ਸਾਰੇ ਸਰਕਾਰੀ ਤੰਤਰ, ਫਿਰ ਉਸ ਤੋਂ ਬਾਅਦ ਕਾਉਂਸਲਰਸ। ਮਤਲਬ ਆਪਾਂ ਤਾਂ ਇਹ ਕਹਿ ਰਹੇ ਹਾਂ ਕਿ ਜਿਵੇਂ ਸਾਰਾ ਗੁੜ ਗਿਆਨ ਤੁਹਾਡੇ ਕੋਲ ਆ ਗਿਆ, ਬਾਕੀ ਤੇ ਸਾਰੇ ਰਾਮ ਭਰੋਸੇ। ਸਰ ਦੇਖੋ ਜੀ, ਆ ਫਿਰ ਗੱਲ ਕੀਤੀ ਨਾ ਅਹੰਕਾਰ ਵਾਲੀ ਲੱਗਦੀ ਹੈਗੀ। ਪੰਜਾਬ ਦਾ ਪਹਿਲਾ CTB ਵੀ ਤਰੁਣਜਨ ਬਾਵੇ ਨੇ ਲਗਾਇਆ 15 MLD ਦਾ ਔਰ ਕਾਮਯਾਬ ਕਰਕੇ ਦਿਖਾਇਆ। ਗੱਲ ਕਰੀਏ ਕਿ ਉਹਦੇ ਤੇ ਵੀ ਉਹ ਕਹਿ ਰਹੇ ਕਿ ਤੁਸੀਂ ਦਿਖਾ ਰਹੇ ਹੋ ਕਿ 23 ਕਰੋੜ ਦਾ ਹੈ, ਜਦ ਕਿ ਐਕਚੁਅਲ 'ਚ ਉੱਥੇ ਵੀ ਕਈਆਂ ਨੇ ਇਸ਼ਾਰਾ ਕੀਤਾ ਕਿ ਉਹ 58 ਕਰੋੜ ਦਾ ਲੱਗਿਆ, ਵਿੱਚ ਤੁਸੀਂ ਸ਼ਾਇਦ ਉਹਨੂੰ 23 ਕਰੋੜ ਦਾ ਦਿਖਾਉਣ ਲਈ ਤੁਹਾਡੀ ਕੋਈ ਜ਼ਮੀਨ ਵੀ ਵੇਚੀ ਹੈ ਤੁਸੀਂ, ਤੇ ਹੋਰ ਵੀ ਬੜੇ ਇੱਧਰ ਉੱਧਰੋਂ ਸਬਸਿਡੀ ਵੀ ਲਿੱਤੀ ਹੈ, ਤੇ ਤੁਸੀਂ ਉਹਨੂੰ ਕਲੇਮ ਕਰ ਰਹੇ ਹੋ, ਗੁੰਮਰਾਹ ਕਰ ਰਹੇ ਹੋ ਬੇਸਿਕਲੀ ਤੁਸੀਂ। ਸਰ ਕੁਝ ਤਾਂ ਲੋਕ ਕहेंगे, ਲੋਗੋं का काम है कहना। ਹੁਣ ਜਦੋਂ ਹੁਣ ਮੈਂ ਐਡਾ ਵੱਡਾ ਸਰਕਾਰ ਦੇ ਉੱਪਰ, ਸਰਕਾਰ ਦੇ ਐਡੇ ਵੱਡੇ ਅਫਸਰਾਂ ਉੱਤੇ ਐਲੀਗੇਸ਼ਨ ਲਗਾਇਆ ਵੀ ਤੁਸੀਂ ਕਿ IAS ਅਫਸਰ, PMIDC ਦੇ CEO, ਵਾਟਰ ਐਂਡ ਸੀਵਰੇਜ ਬੋਰਡ ਦੇ ਚੀਫ ਇੰਜੀਨੀਅਰਸ, ਮੈਂ ਉਹ ਸਾਰਿਆਂ ਦੀ ਕ੍ਰੈਡੀਬਿਲਿਟੀ ਨੂੰ ਅੱਜ ਉਹਦੇ ਉੱਤੇ ਕੁਐਸਚਨ ਮਾਰਕ ਲਗਾਤਾ। ਤੇ ਮੈਨੂੰ ਉਕਸਾਉਣ ਵਾਸਤੇ
ਜਾਂ ਮੇਰਾ ਮਾਈਂਡ ਡਿਵਰਟ ਕਰਨ ਵਾਸਤੇ ਆ ਪੁੱਠੀ ਸਿੱਧੀ ਗੱਲਾਂ ਕਰਾਂਗੇ। ਮੇਰੇ ਨਾਲ ਕਾਗਜ਼ਾਂ ਵਾਲੀ ਗੱਲ ਕਰੋ, ਮੈਂ ਵਪਾਰੀ ਬੰਦਾ ਹੈ। ਸਰ ਮੈਂ ਵੀ ਤਾਂ ਇਹੀ ਕਹਿ ਰਿਹਾ, ਕਾਗਜ਼ ਤਾਂ ਤੁਸੀਂ ਵੀ ਨਹੀਂ ਉਸ ਦਿਨ ਪੇਸ਼ ਕਰ ਪਾਏ। ਜਿੱਦਾਂ ਉਹਨਾਂ ਨੇ ਇੱਕ ਚੀਜ਼ ਤੁਸੀਂ ਇਹ ਦੇਖੋ, ਉਹਨਾਂ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਉਸੇ ਚੀਜ਼ ਤੇ ਇੰਨੇ ਪੈਸੇ ਖਰਚੇ, ਅਹਿਮਦਾਬਾਦ ਨੇ ਇੰਨੇ ਖਰਚੇ, ਹੋਰ ਉਹਨਾਂ ਨੇ 4-5 ਜਗ੍ਹਾ ਤੇ ਬੰਬੇ ਦੇ ਇੰਨੇ ਖਰਚੇ। ਔਰ ਜਿਹੜਾ ਟੈਂਡਰ ਭਰਨ ਵਾਲੀ ਕੰਪਨੀ ਆ ਕੋਈ ਛੋਟੀ ਮੋਟੀ ਨਹੀਂ ਸੀ, ਟਾਟਾ, L&T ਤੇ ਆ ਕੰਪਨੀ, ਮਤਲਬ 3 ਤੋਂ 4 ਕੰਪਨੀਆਂ। ਉਹ ਕੋਈ ਐਦਾਂ ਨਹੀਂ ਹੈ ਕਿ ਕਿਸੇ ਦੇ ਬਰਗਲਾਏ ਬਰਗ ਜਾਣਗੀਆਂ ਜਾਂ ਬਹਿਲਾਏ ਫਿਸਲ ਜਾਣਗੀਆਂ। ਉਹ ਬ੍ਰਾਂਡਸ ਹੈ, ਇੰਡੀਆ ਦੇ ਬ੍ਰਾਂਡਸ ਆ, ਔਰ ਮੈਕਸਿਮਮ ਇੰਡੀਆ ਦੇ ਟੈਂਡਰ ਉਹੋ ਜਿਹੀ ਕੰਪਨੀਆਂ ਕਰ ਰਹੀਆਂ। ਤੁਸੀਂ ਉਹਨਾਂ ਨੂੰ ਚੈਲੰਜ ਕਰ ਰਹੇ ਹੋ, ਸਰਕਾਰ ਨੂੰ ਚੈਲੰਜ ਕਰ ਰਹੇ ਹੋ। ਇਜ਼ ਇਟ ਰਾਈਟ? ਕੋਈ ਪਬਲਿਸਿਟੀ ਸਟੰਟ ਤਾਂ ਨਹੀਂ ਹੈ? ਅੱਜ ਵੀ ਮੈਂ ਤੁਹਾਨੂੰ ਬਾਰ-ਬਾਰ ਕਰ ਰਿਹਾ, ਇਹ ਤੁਹਾਡਾ ਮੈਕਸਿਮਮ ਪਬਲਿਸਿਟੀ ਸਟੰਟ ਲੱਗ ਰਿਹਾ, ਕਿਉਂਕਿ ਤੁਸੀਂ ਉਸ 'ਤੇ ਪੇਸ਼ ਕੁਝ ਨਹੀਂ ਕਰ ਪਾਏ। ਤੁਸੀਂ ਸਿਰਫ 1 ਮਿੰਟ ਲਈ ਇਹ ਜ਼ਰੂਰ ਕਿਹਾ ਕਿ 325 ਕਰੋੜ 'ਚ ਮੈਂ ਸਾਰਾ ਕੁਝ ਕਰਾ ਦਿੰਦਾ, ਪਰ ਤੁਸੀਂ ਜਿੱਦਾਂ ਸਰਕਾਰ ਨੇ ਆਪਣੇ ਆંકੜੇ ਪੇਸ਼ ਕੀਤੇ, ਤੁਸੀਂ ਕਿਉਂ ਨਹੀਂ ਕੀਤੇ? ਸਾਰੀ ਪਬਲਿਕ ਉੱਥੇ ਬੈਠੀ ਸੀ, ਸਾਰੀ ਇੰਡਸਟਰੀ ਉੱਥੇ ਬੈਠੀ ਸੀ, ਸਾਰੇ ਕਾਉਂਸਲਰਸ ਉੱਥੇ ਬੈਠੇ ਸੀ, ਮੰਤਰੀ ਉੱਥੇ ਬੈਠੇ ਸੀ, ਤੁਸੀਂ ਪ੍ਰੈਜ਼ੈਂਟ ਕਰਦੇ? ਉਹ ਸਰ ਜਨਵਰੀ ਦਾ ਤਾਂ ਮੈਂ ਚੀਕਾਂ ਮਾਰੀ ਜਾ ਰਿਹਾ, ਫਰਵਰੀ 'ਚ ਚੀਕਾਂ ਮਾਰੀ ਜਾ ਰਿਹਾ, ਮੇਅਰ ਸਾਹਿਬ ਦੇ ਸਾਹਮਣੇ ਚੀਕਾਂ ਮਾਰ ਰਿਹਾ। ਉਸ ਟਾਈਮ ਦੇ ਤੱਕ ਹੁਣ ਤੱਕ ਇਹਨਾਂ ਨੇ ਕੁਝ ਕੀਤਾ ਨਹੀਂ। ਉੱਥੇ ਦਾ ਜੋ ਮਾਹੌਲ ਸੀਗਾ ਉਹ ਸਾਡੇ ਅਨੁਕੂਲ ਨਹੀਂ ਸੀਗਾ। ਸਾਨੂੰ ਬੁਲਾਇਆ ਜ਼ਰੂਰ ਗਿਆ, ਪਰ ਉੱਥੇ ਦਾ ਮਾਹੌਲ ਸਾਡੇ ਅਨੁਕੂਲ ਨਹੀਂ ਸੀਗਾ। ਉੱਥੇ ਤਾਂ ਹੋਟਿੰਗ ਹੋ ਰਹੀ ਸੀਗੀ ਜਿਵੇਂ ਪਤਾ ਨਹੀਂ ਕਿਹੜੀ ਕੋਈ ਜੰਗ ਉੱਥੇ ਕੋਈ ਜਿੱਤਣੀ ਹੈਗੀ ਹੈ। ਅਫਸਰ ਆ ਕੇ ਖਾਣਾ ਪੂਰਤੀ ਕਰਕੇ ਚਲੇ ਗਏ। ਪ੍ਰੈਜੈਂਟੇਸ਼ਨ ਦੇਣ ਦਾ ਤਰੀਕਾ ਥੋੜ੍ਹਾ ਹੁੰਦਾ ਹੈਗਾ। ਆ ਆਫਿਸ ਦੇ ਵਿੱਚ ਬੈਠ ਕੇ ਜਾਂ ਇੱਕ ਕਲੋਜ਼ ਡੋਰ ਮੀਟਿੰਗ ਦੇ ਵਿੱਚ ਤਕਰੀਬਨ 5-7 ਬੰਦਿਆਂ ਨੂੰ ਬੁਲਾ ਕੇ ਜਿਹੜੇ ਸੂਝਵਾਨ ਹੈਗੇ ਨੇ ਆ ਤਾਂ ਕਰਕੇ ਡਿਸਕਸ਼ਨਸ ਹੁੰਦੀਆਂ। ਔਰ ਆ ਥੋੜੀ ਨਾ 650 ਕਰੋੜ ਦਾ ਪ੍ਰੋਜੈਕਟ ਹੈ, 1 ਘੰਟੇ ਜਾ ਕੇ ਤੁਸੀਂ ਵਿੱਚ ਹੀ ਪੋਲੀਟੀਕਲ ਭਾਸ਼ਣ ਹੋ ਰਹੇ ਹੈਗੇ ਆ, ਵਿੱਚ ਹੀ ਉੱਥੇ ਤੁਸੀਂ ਦੇਖਿਆ ਹੀ ਹੈ ਜੀ ਕੀ ਮਾਹੌਲ ਸੀਗਾ। ਇਸ ਤਰ੍ਹਾਂ ਨਹੀਂ ਹੁੰਦਾ ਜੀ। ਚਲੋ ਮੈਂ ਮੰਨ ਗਿਆ ਸਰਕਾਰੀ ਤੰਤਰ ਉੱਦਾਂ ਸੀ, ਸਾਰਾ ਕੁਝ ਉੱਦਾਂ ਸੀ। ਭੈਣੀ ਸਾਹਿਬ ਦੇ ਜਿਹੜੇ ਉਹ ਸਤਿਗੁਰੂ ਜੀ ਹੈਗੇ ਸੀਗੇ ਉਹ ਵੀ ਆਏ ਸੀ, ਉਹਨਾਂ ਨੂੰ ਤਾਂ ਕੋਈ ਨਹੀਂ, ਕੋਈ ਕਿਸੇ ਤਰੀਕੇ ਦਾ ਲਾਲਚ ਨਹੀਂ, ਉਹ ਤਾਂ ਸਮਾਜ ਸੇਵੀ ਹੈ। ਉਹ ਤਾਂ ਤੁਸੀਂ ਵੀ ਉਹਨਾਂ ਦਾ ਬਾਰ-ਬਾਰ ਕਿਹਾ, ਜ਼ਿਕਰ ਕੀਤਾ। ਉਹਨਾਂ ਨੇ ਵੀ ਐਂਡ 'ਚ ਇਹੀ ਕਿਹਾ ਕਿ ਜੀ ਪ੍ਰੋਜੈਕਟ ਜਿਹੜਾ ਹੈਗਾ ਇਹਨੂੰ ਇੱਦਾਂ ਨਹੀਂ, ਵਿੱਚ ਨੂੰ ਕੋਈ ਵੀ ਇੱਦਾਂ ਦੇ ਰੋੜੇ ਨਹੀਂ ਅਟਕਾਏ ਜਾਣੇ ਚਾਹੀਦੇ। ਫਿਰ ਔਰ ਇਸ ਤੋਂ ਬਾਅਦ ਸਾਰੀ ਵੱਡੀ ਗੱਲਾਂ ਦੀ ਗੱਲਾਂ ਜੇ ਮੈਂ ਗੱਲ ਕਰਾਂ ਤੇ ਤੁਹਾਡੇ ਆਪਣੇ ਨਾਲ ਜਿਹੜੇ ਇੰਡਸਟਰੀ ਦੇ ਬੰਦੇ ਆਏ ਸੀਗੇ, ਲੀਡਰ ਆਏ ਸੀਗੇ, ਠੀਕ ਹੈ, ਗੱਲ ਕਰਾਂ ਤਾਂ ਮੈਂ ਅਜੀਤ ਲਾਕੜਾ ਜੀ ਸੀਗੇ ਜਾਂ ਹੋਰ ਵੀ ਸੀਗੇ, ਉਹ ਸਾਰਿਆਂ ਨੇ ਵੀ ਤਾਂ ਇਹੀ ਕਿਹਾ ਕਿ ਐਂਡ ਆਫ ਦਾ ਡੇ ਕਿ ਤੁਹਾਨੂੰ ਪਾਰਟਿਸਿਪੇਸ਼ਨ ਕਰਨੀ ਚਾਹੀਦੀ ਸੀ। ਸਰ ਇੱਕ ਗੱਲ ਦਾ ਬਾਰ-ਬਾਰ ਰਿਪੀਟ ਕਰਕੇ ਜਵਾਬ ਦੇਣਾ ਮੈਂ ਠੀਕ ਨਹੀਂ ਸਮਝਦਾ। ਮੈਂ ਤਾਂ ਪ੍ਰੈਕਟੀਕਲ ਅਪਰੋਚ ਦਾ ਬੰਦਾ। ਹੁਣ ਕੀ ਹੋਇਆ? ਸਰਕਾਰ 10 ਵਰਕ ਆਰਡਰ ਦੇ ਚੁੱਕੀ ਹੈ, ਤੁਸੀਂ ਸਰਕਾਰ ਨੂੰ ਕਹਿ ਰਹੇ ਹੋ ਬੈਕਫੁੱਟ ਤੇ ਜਾਣ ਲਈ। ਇੱਕ ਵਰਕ ਆਰਡਰ ਹੋ ਗਿਆ, ਸਰਕਾਰ ਲਈ ਵੀ ਤਾਂ ਸਰ ਇੱਕ ਰੈਪੂਟੇਸ਼ਨ ਹੁੰਦੀ ਹੈ। ਐਂ ਤਾਂ ਨਹੀਂ ਹੈ ਆਪਾਂ, ਜਾਂ ਤਾਂ ਤੁਸੀਂ ਇੱਕ ਚੀਜ਼ ਸੋਚ ਲਈ ਹੈ ਕਿ ਤੁਸੀਂ ਬੰਦੇ ਭਜਾਣੇ ਆ, ਕੰਮ ਹੋਣ ਨਹੀਂ ਦੇਣਾ। ਸਰ ਮੈਂ ਬਿਲਕੁਲ ਵੀ ਆਪਣੇ ਖਾਬੋ ਖਿਆਲ 'ਚੋਂ ਆ ਗੱਲ ਕੱਢ ਦਿਓ ਵੀ ਮੈਂ ਆਹ ਕੰਮ ਦੇ ਵਿੱਚ ਕੋਈ ਰੁਕਾਵਟ ਬਣਨਾ ਚਾਹੁੰਦਾ। ਮੈਂ ਆਹ ਚਾਹੁੰਦਾ ਵੀ ਇਸ ਦੀ ਸਹੀ ਟੈਕਨੋਲੋਜੀ ਦੇ ਨਾਲ ਔਰ ਘੱਟੋ ਘੱਟ ਪ੍ਰਾਈਸ ਦੇ ਵਿੱਚ। ਆ ਪਬਲਿਕ ਦਾ ਪੈਸਾ ਹੈ, ਲੁਧਿਆਣੇ ਸ਼ਹਿਰ ਦੇ ਲੋਕਾਂ ਦਾ ਪੈਸਾ ਇਹਦੇ ਵਿੱਚ ਲੱਗਣਾ, ਪੂਰੇ ਪੰਜਾਬ ਦੇ ਲੋਕਾਂ ਦਾ ਪੈਸਾ ਇਹਦੇ ਵਿੱਚ ਲੱਗਣਾ ਹੈ। ਆ ਘੱਟੋ ਘੱਟ ਪੈਸੇ ਦੇ ਵਿੱਚ ਆ ਪ੍ਰੋਜੈਕਟ ਲੱਗੇ ਅਤੇ ਇਸ ਨੂੰ ਹਲੇ ਅਲੋਟਮੈਂਟ ਹੋਈ ਹੈਗੀ ਹੈ। ਹਲੇ ਉਹ ਕਹਿ ਰਹੇ ਸੀ ਵੀ ਹਲੇ ਵਰਕ ਆਰਡਰ ਨਹੀਂ ਹੋਇਆ, ਅਤੇ ਐਡੀ ਕਿਹੜੀ ਵੱਡੀ ਗੱਲ ਹੈਗੀ ਇਹਨੂੰ ਦੁਬਾਰ ਦੇ ਉੱਤੇ 2-4 ਦਿਨਾਂ ਦੇ ਵਿੱਚ ਹੀ ਮੈਂ ਜਿਹੜੀ ਆਹ ਕੰਪਨੀਆਂ ਦੀ ਕੋਟੇਸ਼ਨਾਂ ਮੈਂ ਇਹਨਾਂ ਨੂੰ ਭੇਜ ਰਿਹਾ ਹੈਗਾ ਆ 325 ਕਰੋੜ ਦੀਆਂ, ਉਹਨੂੰ ਇਵੈਲੂਏਟ ਕਰਕੇ ਉਹਦੀ ਕਾਸਟ ਕਟਿੰਗ ਜਿਹੜਾ ਠੇਕੇਦਾਰ ਨੂੰ ਟੈਂਡਰ ਮਿਲਿਆ। ਇੱਦਾਂ ਤਾਂ ਨਹੀਂ ਕਿ ਤੁਹਾਡਾ ਪਰਸਨਲ ਕੋਈ ਇੰਟਰਸਟ ਹੈ ਠੇਕਾ ਲੈਣ 'ਚ, ਕੋਈ ਟੈਂਡਰ ਲੈਣ 'ਚ, ਕੋਈ ਤੁਹਾਡੀ ਆਪਣੀ ਕੰਪਨੀ ਫਲੋਟ ਹੋਵੇ ਜਾਂ ਤੁਹਾਡੀ ਕਿਸੇ ਕੰਪਨੀ ਨਾਲ ਸਾਂਝੇਦਾਰੀ ਹੋ ਗਈ ਹੋਵੇ, ਬਾਅਦ 'ਚੋਂ ਪਤਾ ਲੱਗੇ ਕਿ ਭਾਈ ਚੱਲ ਮੈਂ ਤੈਨੂੰ ਰੌਲਾ ਪਾ ਕੇ ਮੈਂ ਦਵਾ ਦਿੰਦਾ ਅਤੇ ਆਪਾਂ ਨੂੰ ਪੈਸੇ ਬਚ ਜਾਣਗੇ, ਰਲ ਕੇ ਲੈ ਲਾਂਗੇ। ਸਰ ਜਿੰਨਾ ਕਿ ਤੁਸੀਂ ਮੈਨੂੰ ਜਾਣਦੇ ਹੋ। ਨਹੀਂ ਮੈਂ ਨਹੀਂ ਜਾਣਦਾ ਸਰ, ਸਰਕਾਰ ਜਿੱਥੇ ਲੁਧਿਆਣੇ ਸ਼ਹਿਰ ਦੀ ਗੱਲ ਹੈ, ਜਨਤਾ ਦੀ ਗੱਲ ਹੈ, ਉੱਥੇ ਮੈਂ ਤੁਹਾਨੂੰ ਨਹੀਂ ਜਾਣਦਾ। ਸਰ ਇਸ ਤਰ੍ਹਾਂ ਹੈਗਾ ਜੀ ਬਈ ਇਸ ਦੀ ਤੁਸੀਂ ਚਾਹੇ ਉੱਚ ਸਤਰੀय ਇਨਕੁਆਇਰੀ ਕਰ ਲਓ। ਬਈ ਮੇਰਾ ਟਾਰਗੇਟ ਇੱਕੋ ਹੀ ਹੈਗਾ, ਆਈ ਲਵ ਲੁਧਿਆਣਾ, ਆਈ ਲਵ ਇੰਡੀਆ। ਮੈਨੂੰ ਮੇਰੇ ਸ਼ਹਿਰ ਦੇ ਨਾਲ ਪਿਆਰ ਹੈਗਾ, ਕਿਉਂਕਿ ਉਸ ਦਿਨ ਵੀ ਪਹਿਲੇ ਦਿਨ ਵੀ ਕਿਹਾ ਸੀਗਾ, ਤੁਸੀਂ ਇਹ ਕਹਿ ਰਹੇ ਹੋ, ਮੈਂ ਉਸ ਦਿਨ ਵੀ ਕਿਹਾ ਸੀਗਾ ਜੀ ਬਈ ਆਹ ਨਾਲਾ ਸਾਡੀ ਉੱਤੇ ਕਲੰਕ ਹੈ, ਆਹ ਕਲੰਕ ਮਿਟਣਾ ਚਾਹੀਦਾ। ਹੁਣ ਇਹਦੇ ਵਿੱਚ ਜੋ ਮਰਜੀ ਕਹੀ ਚੱਲੋ, ਕੁਛ ਤੋਂ ਲੋਕ ਕहेंगे ਲੋਗों का काम कहना, मैं परवाह नहीं करता। मैं अपनी गल उत्ते अड़िग है और आह काम ठीक करवा के दम लऊँगा, नहीं तो मैं अपना कदम पिछे करने वाला बंदा नहीं हैगा। ठीक है जी।